Next अपने को example 21. Prove that the volume of largest cone that can be inscribed in a sphere of radius r is 8 by 27 of the volume of the sphere. Question ਕੀ ਕਹਿੰਦਾ ਹੈ ਵੀ ਇੱਕ ਸਫੀਅਰ ਦੇ ਵਿੱਚ ਕੋਨ ਬਣਿਆ ਹੋਇਆ ਹੈ, ਇਸ ਸਫੀਅਰ ਦੀ ਰੇਡੀਅਸ r ਹੈ ਤੇ ਪ੍ਰੂਵ ਕਰਨਾ ਵੀ ਜਿਹੜਾ ਸਭ ਤੋਂ ਵੱਡਾ ਸਭ ਤੋਂ ਵੱਧ ਵੋਲਿਊਮ ਵਾਲਾ ਮੈਕਸਿਮਮ ਵੋਲਿਊਮ ਵਾਲਾ ਜਿਹੜਾ ਕੋਨ ਹੋਏਗਾ ਉਹਦਾ ਜਿਹੜਾ ਵੋਲਿਊਮ ਹੈ ਉਹ ਸਫੀਅਰ ਦੇ ਵੋਲਿਊਮ ਦਾ 8/27 ਹੋਏਗਾ। ਯਾਨੀ ਆਪਾਂ ਜੇ ਕਹੀਏ ਵੀ ਕੋਨ ਦਾ ਵੋਲਿਊਮ VC ਹੈ ਤੇ ਸਫੀਅਰ ਦਾ ਵੋਲਿਊਮ VS ਹੈ ਤਾਂ VC ਇਜ਼ ਇਕੁਅਲ ਟੂ 8/27 ਟਾਈਮਸ VS, ਯਾਨੀ 8/27 VS। ਆਹ ਚੀਜ਼ ਅਸੀਂ ਪ੍ਰੂਵ ਕਰਨੀ, ਇਹ ਸਾਡਾ 2 ਪ੍ਰੂਵ ਹੈ। ਠੀਕ, ਤਾਂ ਦੇਖੋ ਅਸੀਂ ਕੀ ਕਰਿਆ, ਆਹ ਸਫੀਅਰ ਦੇ ਵਿੱਚ ਅਸੀਂ ਕੋਨ ਬਣਾ ਲਿਆ। ਠੀਕ ਹੈ ਨਾ, ਆਹ ਸਫੀਅਰ ਦਾ ਸੈਂਟਰ ਹੈ ਤਾਂ ਆਹ ਇਹਦੀ ਰੇਡੀਅਸ ਹੋ ਗਈ r, ਆਹ ਵੀ ਇਹਦੀ ਰੇਡੀਅਸ ਹੋ ਗਈ r। ਹੁਣ ਅਸੀਂ ਕਰਨਾ ਕੋਨ ਦਾ ਵੋਲਿਊਮ ਡਿਸਕਸ। ਤਾਂ ਕੋਨ ਦਾ ਵੋਲਿਊਮ ਡਿਸਕਸ ਕਰਨਾ ਤਾਂ ਕੋਨ ਦਾ ਵੋਲਿਊਮ ਫਾਈਂਡ ਕਰਨ ਵਾਸਤੇ ਸਾਨੂੰ ਇਹਦੀ ਹਾਈਟ ਤੇ ਇਹਦੀ ਰੇਡੀਅਸ ਫਾਈਂਡ ਕਰਨੀ ਪੈਣੀ ਹੈ। ਤਾਂ ਇਹਦੀ ਹਾਈਟ ਦੇ ਵਿੱਚੋਂ ਇੰਨਾ ਪਾਰਟ ਤਾਂ ਸਾਨੂੰ ਪਤਾ ਹੈ, ਜਿਹੜਾ ਬਾਕੀ ਪਾਰਟ ਆ ਉਹਨੂੰ ਅਸੀਂ x ਮੰਨ ਲਿਆ OC ਨੂੰ। ਤਾਂ ਇਹਦੀ ਹਾਈਟ ਕਿੰਨੀ ਹੋ ਜਾਏਗੀ r + x ਹੋ ਜਾਏਗੀ, r + x। ਤੇ ਇਹਦਾ ਜਿਹੜਾ ਰੇਡੀਅਸ ਹੈ ਉਹ ਆਪਣੇ ਬੇਸ ਦਾ ਉਹ ਕਿਵੇਂ ਫਾਈਂਡ ਹੋਏਗਾ, ਉਹ ਇਸ ਟਰਾਇੰਗਲ ਦੇ ਵਿੱਚੋਂ ਫਾਈਂਡ ਹੋਏਗਾ। ਇਹ ਕੀ ਇੱਕ ਰਾਈਟ ਟਰਾਇੰਗਲ ਹੈ ਜਿਹਦਾ ਹਾਈਪੋਟੇਨਸ r ਹੈ ਤੇ ਜਿਹਦਾ ਪਰਪੈਂਡੀਕੂਲਰ x ਹੈ। ਤੇ ਇਹਦਾ ਜਿਹੜਾ ਬੇਸ ਉਹ ਕਿੰਨਾ ਹੋ ਜਾਏਗਾ, ਸਕੁਆਇਰ ਰੂਟ ਆਫ r² - x² ਹੋ ਜਾਏਗਾ। ਆਹੀ ਅਸੀਂ ਮਤਲਬ ਇਹਦੇ ਨਾਲ ਸਾਨੂੰ ਇਹਦੀ ਹੁਣ ਰੇਡੀਅਸ ਪਤਾ ਚੱਲ ਜਾਏਗੀ, ਹਾਈਟ ਇਹਦੀ ਪਤਾ ਚੱਲ ਗਈ, ਰੇਡੀਅਸ ਪਤਾ ਚੱਲ ਗਈ। ਹੁਣ ਅਸੀਂ ਇਹਦਾ ਵੋਲਿਊਮ ਹੈ ਜਿਹੜਾ ਈਜ਼ੀਲੀ ਫਾਈਂਡ ਕਰ ਸਕਦੇ ਹਾਂ। ਤਾਂ ਆਹੀ ਅਸੀਂ ਇੱਥੇ ਲਿਖਿਆ ਲੈਟ OC = x, ਇਹਦੀ ਹਾਈਟ ਹੋ ਗਈ r + x, ਇਹਦਾ ਜਿਹੜਾ ਰੇਡੀਅਸ ਉਹ ਹੋ ਗਿਆ ਸਕੁਆਇਰ ਰੂਟ ਆਫ r² - x²। ਹੁਣ ਇਹਦਾ ਵੋਲਿਊਮ ਕਿੰਨਾ ਹੋਏਗਾ ਕੋਨ ਦਾ, ਉਹ ਹੁੰਦਾ 1/3 πr²h। h r ਦੀ ਤੇ h ਦੀ ਵੈਲਿਊ ਪੁੱਟ ਕਰ ਦਿਆਂਗੇ। r ਦਾ ਕਿਉਂਕਿ ਸਕੁਆਇਰ ਹੈ ਤਾਂ ਸਕੁਆਇਰ ਰੂਟ ਜਿਹੜਾ ਹੈਗਾ ਉਹਦਾ ਸਕੁਆਇਰ ਕਰਾਂਗੇ, ਸਕੁਆਇਰ ਰੂਟ ਹਟ ਜਾਏਗਾ ਤੇ h ਦੀ ਵੈਲਿਊ ਅਸੀਂ ਪੁੱਟ ਕਰਤੀ, ਮਲਟੀਪਲਾਈ ਕਰਕੇ ਆ ਸਾਡਾ ਆਨਸਰ ਆ ਗਿਆ। ਆ ਗਈ ਸਾਡੀ v ਦੀ ਵੈਲਿਊ। ਹੁਣ ਇਹ v ਦੀ ਵੈਲਿਊ ਆ ਗਈ ਤਾਂ ਇਹਨੂੰ ਅਸੀਂ ਵਿਦ ਰਿਸਪੈਕਟ ਟੂ x ਡਿਫਰੈਂਸ਼ੀਏਟ ਕਰਦੇ ਹਾਂ। ਠੀਕ ਹੈ ਨਾ, ਵਿਦ ਰਿਸਪੈਕਟ ਟੂ r ਨਹੀਂ ਡਿਫਰੈਂਸ਼ੀਏਟ ਕਰਨਾ, ਖਿਆਲ ਰੱਖਣਾ ਹੈ r ਕੀ ਹੈ, ਕੌਨਸਟੈਂਟ ਹੈ, r ਕੌਨਸਟੈਂਟ ਸੀਗਾ। ਵਿਦ ਰਿਸਪੈਕਟ ਟੂ x ਸਾਡਾ ਵੇਰੀਏਬਲ ਹੈ। ਠੀਕ ਹੈ ਨਾ, x ਤੇ ਵਿਦ ਰਿਸਪੈਕਟ ਅਸੀਂ ਇਹਨੂੰ ਡਿਫਰੈਂਸ਼ੀਏਟ ਕਰਾਂਗੇ ਤਾਂ 1/3 π ਆ ਤਾਂ ਕੌਨਸਟੈਂਟ ਹੈ ਤਾਂ 0 ਹੋ ਜਾਏਗਾ। ਇੱਥੇ ਇਹਦਾ ਵੋਲਿਊਮ ਡਿਫਰੈਂਸ਼ੀਏਸ਼ਨ 1 ਹੋ ਜਾਏਗਾ, ਇੱਥੇ 2x ਹੋ ਜਾਏਗਾ, ਇੱਥੇ 3x² ਹੋ ਜਾਏਗਾ। ਉਹ ਸਾਰੇ ਅਸੀਂ ਕ੍ਰਿਟੀਕਲ ਪੁਆਇੰਟ ਫਾਈਂਡ ਕਰਨ ਵਾਸਤੇ =0 ਪੁੱਟ ਕਰਤਾ। ਇਹਦੇ ਚੋਂ ਜਿਹੜਾ ਬਾਹਰ ਵਾਲਾ ਕੌਨਸਟੈਂਟ ਹੈ ਇੱਧਰ 0 ਨਾਲ ਮਲਟੀਪਲਾਈ ਡਿਵਾਈਡ ਹੋ ਕੇ 0 ਹੋ ਜਾਏਗਾ। ਠੀਕ ਹੈ, ਬਚਿਆ ਜਿਹੜਾ ਹੈਗਾ ਉਹ =0 ਹੋ ਜਾਏਗਾ। ਇਹਦੇ ਹੁਣ ਫੈਕਟਰ ਕਰਾਂਗੇ, ਇੱਥੇ ਹੈਗਾ -2rx, ਇੱਥੇ ਹੈਗਾ 3 ਮਾਈਨਸ ਦਾ, ਤਾਂ 3 ਦੇ ਇਹੋ ਜਿਹੇ ਫੈਕਟਰ ਕਰਾਂਗੇ ਜਿਨ੍ਹਾਂ ਦਾ ਮਾਈਨਸ ਕਰੇ ਤੋਂ -2 ਬਣਦਾ ਹੋਵੇ ਤਾਂ -3 ਤੇ +1 ਹੋ। ਇਹਨਾਂ ਨੂੰ ਅਸੀਂ ਇੱਥੋਂ r ਕਾਮਨ ਲੈ ਲਿਆ, ਇੱਥੋਂ x ਕਾਮਨ ਲੈ ਲਿਆ, ਆ ਗਏ। ਠੀਕ ਹੈ ਨਾ, =0 ਪੁੱਟ ਕਰਕੇ x ਦੀਆਂ ਦੋ ਵੈਲਿਊਜ਼ ਆ ਗਈਆਂ, x = r/3, x = -r। ਫਿਰ ਖਿਆਲ ਕਰਨਾ ਇੱਥੇ ਅਸੀਂ ਵੈਲਿਊ ਜਿਹੜੀ ਵੇਰੀਏਬਲ ਦੀ ਫਾਈਂਡ ਕਰਨੀ x ਦੀ, r ਦੀ ਨਹੀਂ ਫਾਈਂਡ ਕਰਨੀ, r ਕੌਨਸਟੈਂਟ ਹੈ। ਤਾਂ x ਦੀ ਵੈਲਿਊ ਜਿਹੜੀ ਨੈਗੇਟਿਵ ਨਹੀਂ ਹੋ ਸਕਦੀ। ਕਿਉਂ ਨਹੀਂ ਹੋ ਸਕਦੀ, ਕਿਉਂਕਿ x ਇੱਕ ਡਿਸਟੈਂਸ ਸੀਗਾ, ਇਹਦਾ ਮਤਲਬ ਇਹਦੀ ਪੋਜ਼ੀਟਿਵ ਵੈਲਿਊ ਅਸੀਂ ਲੈ ਲਈ। ਹੁਣ ਇਹ ਆ ਗਿਆ ਸਾਡਾ ਕ੍ਰਿਟੀਕਲ ਪੁਆਇੰਟ ਆ ਗਿਆ ਤਾਂ ਹੁਣ ਅਸੀਂ ਇਹਦਾ ਡਬਲ ਡੈਰੀਵੇਟਿਵ ਫਾਈਂਡ ਕਰੀਏ। ਡਬਲ ਡੈਰੀਵੇਟਿਵ ਫਾਈਂਡ ਕਰਾਂਗੇ ਤਾਂ 0 ਹੋ ਜਾਏਗਾ, ਇੱਥੇ 1 ਹੋ ਜਾਏਗਾ, ਇੱਥੇ 2x ਹੋ ਜਾਏਗਾ, 2 × 6x ਹੋ ਜਾਏਗਾ। ਤਾਂ ਆ ਗਿਆ 1/3 π -2r - 6x। ਹੁਣ d² v/dx² ਐਟ ਕ੍ਰਿਟੀਕਲ ਪੁਆਇੰਟ x = r/3 ਫਾਈਂਡ ਕਰਾਂਗੇ ਤਾਂ x ਦੀ ਥਾਂ ਤੇ r/3 ਅਸੀਂ ਪੁੱਟ ਕਰਤਾ ਤਾਂ ਕੀ ਹੋਏਗਾ, ਆ 3 ਦੇ ਟੇਬਲ ਤੇ ਕੱਟਿਆ ਜਾਏਗਾ, ਇੱਥੇ 2 ਆ ਜਾਏਗਾ ਤਾਂ -2r - 2r -4r ਹੋ ਗਿਆ। -4r ਬਾਹਰ ਮਲਟੀਪਲਾਈ ਹੋ ਕੇ -4/3 πr ਆ ਸਾਡਾ ਆਨਸਰ ਆ ਗਿਆ। ਇਹ ਕੀ ਹੈ, ਨੈਗੇਟਿਵ ਵੈਲਿਊ। ਨੈਗੇਟਿਵ ਹੈ ਤਾਂ ਇਹਦਾ ਮਤਲਬ v ਮੈਕਸਿਮਮ ਹੋਏਗਾ ਵੈਨ x = r/3। ਠੀਕ ਹੈ, ਹੁਣ ਇਹ ਤਾਂ ਸਾਨੂੰ ਪਤਾ ਚੱਲ ਲੱਗਿਆ v ਮੈਕਸਿਮਮ ਹੈ, ਵੱਡੇ ਤੋਂ ਵੱਡਾ ਕੋਨ ਬਣ ਗਿਆ ਜਿਹੜਾ ਅਸੀਂ ਬਣਾਉਣਾ ਚਾਹੁੰਦੇ ਸੀ।
ਤੇ ਹੁਣ ਅਸੀਂ ਚੈੱਕ ਕਰਨਾ ਵੀ ਉਹਦਾ ਜਿਹੜਾ ਵੋਲਿਊਮ ਹੈਗਾ ਕੀ ਉਹ ਕੋਨ ਦੇ ਵੋਲਿਊਮ ਦਾ 8/27 ਹੈਗਾ ਕਿ ਨਹੀਂ। ਤਾਂ ਉਹਦੇ ਲਈ ਸਾਨੂੰ ਇਹਦਾ ਕੋਨ ਦਾ ਵੋਲਿਊਮ ਫਾਈਂਡ ਕਰਨਾ ਪਏਗਾ। ਸਫੀਅਰ ਦਾ ਵੋਲਿਊਮ ਸਾਨੂੰ ਪਤਾ ਹੀ ਹੈ ਪਹਿਲਾਂ। ਸਫੀਅਰ ਦਾ ਵੋਲਿਊਮ ਕੀ ਹੁੰਦਾ ਭਲਾ? ਸਫੀਅਰ ਦਾ ਜਿਹੜਾ ਵੋਲਿਊਮ ਹੈ ਉਹ ਹਮੇਸ਼ਾ 4/3 ਪਾਈ ਤੇ ਉਹਦੇ ਰੇਡੀਅਸ ਦਾ ਕਿਊਬ ਹੁੰਦਾ। ਇਹਦੀ ਰੇਡੀਅਸ ਕਿਉਂਕਿ ਕੈਪੀਟਲ ਆਰ ਹੈ ਤਾਂ 4/3 ਪਾਈ ਆਰ ਕਿਊਬ। ਉਹ ਤਾਂ ਸਾਨੂੰ ਪਤਾ ਹੀ ਹੈ। VC ਫਾਈਂਡ ਕਰੀਏ ਜਿਹੜਾ ਅਸੀਂ ਸਾਨੂੰ ਜ਼ਰੂਰੀ ਚਾਹੀਦਾ ਹੈਗਾ। ਤਾਂ V ਦੀ ਸਾਡੇ ਕੋਲ ਇੱਥੇ ਵੈਲਿਊ ਹੈ ਆਹ ਵਾਲੀ, ਠੀਕ ਹੈ ਨਾ। ਇਹਦੇ ਵਿੱਚ ਅਸੀਂ x ਦੀ ਜੋ ਅਸੀਂ ਵੈਲਿਊ ਹੁਣੇ ਕ੍ਰਿਟੀਕਲ ਪੁਆਇੰਟ ਫਾਈਂਡ ਕੀਤਾ ਪੁੱਟ ਕਰਾਂਗੇ r/3, ਠੀਕ ਹੈ। r/3 ਪੁੱਟ ਕਰਕੇ ਸੋਲਵ ਕੀਤਾ, ਆਹ ਚੀਜ਼ ਬਣ ਗਈ, ਠੀਕ ਹੈ ਨਾ। ਆ ਬਾਹਰ ਲਿਆਂਦਾ ਇੱਥੇ 32/3 × 27 ਹੋ ਗਿਆ, ਪਾਈ ਹੋ ਗਿਆ, r ਕਿਊਬ ਹੋ ਗਿਆ, ਪਾਈ r। ਇਹਦੇ ਚੋਂ ਅਸੀਂ ਆਹ ਚੀਜ਼ ਬਾਹਰ ਕੱਢਣੀ ਹੈ। ਇਹ ਕੀ ਹੈ? ਸਫੀਅਰ ਦਾ ਵੋਲਿਊਮ। ਇਸ ਸਾਰੇ ਚੋਂ ਸਫੀਅਰ ਦਾ ਵੋਲਿਊਮ ਅਸੀਂ ਬਾਹਰ ਕੱਢਣਾ ਚਾਹੁੰਦੇ ਹਾਂ। ਤਾਂ ਕਿਵੇਂ ਨਿਕਲੇਗਾ? ਜਿਹੜਾ 32 ਉੱਪਰ ਇਹ ਤਾਂ 8 × 4 ਹੈ, ਇਹਦੇ ਚੋਂ 4 ਅਸੀਂ ਅਲੱਗ ਕਰ ਲਿਆ, 8 ਅਲੱਗ ਕਰ ਲਿਆ, ਤੇ ਹੇਠਾਂ ਜਿਹੜਾ 3 ਸੀਗਾ ਉਹ 3 ਉਵੇਂ ਜਿਵੇਂ ਲਿਖ ਲਿਆ। ਆ 27 ਸੀਗਾ, ਇਹ 27 ਦਾ 27 ਉਵੇਂ ਆ ਗਿਆ, 3 ਆਪਦੀ ਥਾਂ ਤੇ ਆ ਗਿਆ। ਤਾਂ ਇਹਦੇ ਚੋਂ 8 ਬਾਹਰ ਆ ਗਿਆ ਤੇ 4 ਅੰਦਰ ਆ ਗਿਆ। ਤਾਂ 4/3 ਪਾਈ ਆਰ ਕਿਊਬ ਅਸੀਂ ਬਣਾ ਲੈਣਾ ਬ੍ਰੈਕਟ ਦੇ ਵਿੱਚ, ਤਾਂ ਕਿ ਇਹ ਸਾਡੇ ਕੋਲੇ ਵੋਲਿਊਮ ਆਫ ਦਾ ਸਫੀਅਰ ਆ ਗਿਆ ਅਲੱਗ। ਤਾਂ ਇਹ ਕਾਹਦੇ ਇਕੁਅਲ ਹੈ? 8/27 ਵੋਲਿਊਮ ਆਫ ਦਾ ਸਫੀਅਰ ਦੇ ਬਰਾਬਰ। यानी V ਜਿਹੜਾ ਹੈਗਾ V ਕੀ ਸੀਗਾ? ਵੋਲਿਊਮ ਆਫ ਦਾ ਕੋਨ ਇਜ਼ ਇਕੁਅਲ ਟੂ 8/27 ਵੋਲਿਊਮ ਆਫ ਦਾ ਸਫੀਅਰ। ਇਹੀ ਅਸੀਂ ਪ੍ਰੂਵ ਕਰਨਾ। ਸੋ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਬੇਟੇ, ਬੜਾ ਆਉਂਦਾ ਹੁੰਦਾ ਹੈ ਐਗਜ਼ਾਮ ਦੇ ਵਿੱਚ ਇਹ, ਤਾਂ ਬੜੇ ਧਿਆਨ ਨਾਲ ਕਰ ਲੈਣਾ। ਇਹਦੇ 'ਚ ਬਸ ਇੱਥੇ ਹੀ ਥੋੜਾ ਸਾਨੂੰ ਖਿਆਲ ਦੇਣ ਦੀ ਜ਼ਰੂਰਤ ਹੈ ਵੀ ਅਸੀਂ ਕਿਹਨੂੰ x ਮੰਨਣਾ ਹੈ ਤੇ ਉਸ ਤੋਂ ਇਹਦੀ ਹਾਈਟ ਤੇ ਇਹਦੀ ਜਿਹੜੀ ਰੇਡੀਅਸ ਉਹ ਕਿੰਨੀ ਫਾਈਂਡ ਹੋਏਗੀ। ਜਦੋਂ ਸਾਨੂੰ ਆਹ ਪਤਾ ਚੱਲ ਗਿਆ ਉਸ ਤੋਂ ਬਾਅਦ ਤਾਂ ਸਾਨੂੰ ਵੋਲਿਊਮ ਦਾ ਪਤਾ ਹੈ, ਉਹਨੂੰ ਡਿਫਰੈਂਸ਼ੀਏਟ ਕਰਨ ਦਾ ਪਤਾ ਹੈ, ਇਕੁਅਲ ਟੂ 0 ਪੁੱਟ ਕਰਕੇ x ਦੀਆਂ ਵੈਲਿਊ ਕੱਢਣ ਦਾ ਪਤਾ ਹੈ, ਡਬਲ ਡੈਰੀਵੇਟਿਵ ਦਾ ਪਤਾ ਹੈ। ਇੱਥੇ ਥੋੜਾ ਜਿਹਾ ਖਿਆਲ ਨਾਲ ਫਿਰ ਕਰ ਲੈਣਾ। ਸੋ ਇਸ ਕੁਐਸਚਨ ਨੂੰ ਬੜੇ ਧਿਆਨ ਨਾਲ ਕਰ ਲੈਣਾ ਹੈ, ਬੜਾ ਇੰਪੋਰਟੈਂਟ ਕੁਐਸਚਨ। ਨੈਕਸਟ ਆਪਣੇ ਕੋਲ ਐਗਜ਼ਾਮਪਲ 22। Show that the right circular cone of least curved surface and given volume has an altitude equal to √2 times the radius of the base। क्वेश्चन कहता भी साढ़े कोले एक कोन है जिहदा कर्व्ड सरफेस एरिया मिनिमम है ते वॉल्यूम गिवन है, ਉਹਦਾ ऑल्टीट्यूड है, ऑल्टीट्यूड हाइट ਨੂੰ ਕਹਿੰਦੇ ਆ। हाइट है ਜਿਹੜੀ ਉਹਦੇ रेडियस ਦੇ √2 टाइम ਦੇ इक्वल है। यानी ਅਸੀਂ ਆਹ ਚੀਜ਼ ਪ੍ਰੂਵ ਕਰਨੀ ਹੈ h ਇਕੁਅਲਸ ਟੂ √2 ਟਾਈਮਸ r, ਠੀਕ ਹੈ। ਤਾਂ ਦੇਖੋ ਆਪਾਂ ਸ਼ੁਰੂ ਕਰਦੇ ਹਾਂ। ਵੋਲਿਊਮ ਗਿਵਨ ਹੈ ਤੇ ਕਰਵਡ ਸਰਫੇਸ ਏਰੀਆ ਲੀਸਟ ਹੈ। ਇਹਦਾ ਮਤਲਬ ਅਸੀਂ ਕਰਵਡ ਸਰਫੇਸ ਏਰੀਆ ਤਾਂ ਫਾਈਂਡ ਕਰਨਾ ਹੈ ਤੇ ਉਹਨੂੰ ਅਸੀਂ ਮਿਨੀਮਾਈਜ਼ ਕਰਨਾ ਹੈ। ਤੇ ਵੋਲਿਊਮ ਜਿਹੜਾ ਗਿਵਨ ਹੈ ਇਹਦਾ ਮਤਲਬ ਵੋਲਿਊਮ ਜਿਹੜਾ ਹੈਗਾ ਉਹ ਕਾਂਸਟੈਂਟ ਹੈ। ਇਸ ਚੀਜ਼ ਦਾ ਖਿਆਲ ਰੱਖਣਾ। ਵੋਲਿਊਮ ਗਿਵਨ ਹੈ ਤਾਂ ਗਿਵਨ ਤੋਂ ਸ਼ੁਰੂ ਕਰਾਂਗੇ ਆਪਾਂ। V ਇਕੁਅਲਸ ਟੂ 1/2 √3 ਪਾਈ ਆਰ ਸਕੁਅਰ h। ਤਾਂ ਇਹਦੇ ਚੋਂ ਅਸੀਂ ਇੱਕ ਵੇਰੀਏਬਲ ਦੀ ਵੈਲਿਊ ਫਾਈਂਡ ਕਰਦੇ ਹੁੰਦੇ ਹਾਂ। h ਦੀ ਅਸੀਂ ਵੈਲਿਊ ਫਾਈਂਡ ਕਰ ਲਈ 3v/πr ਸਕੁਅਰ, ਠੀਕ ਹੈ। ਕਰਵਡ ਸਰਫੇਸ ਏਰੀਆ ਦਾ ਫਾਰਮੂਲਾ ਕੀ ਹੁੰਦਾ? S ਇਕੁਅਲਸ ਟੂ ਪਾਈ ਆਰ l। l ਕੀ ਹੁੰਦੀ ਹੈ? ਸਾਡੀ ਸਲਾਂਟ ਹਾਈਟ। ਤੇ ਇਹਦੀ ਸਾਨੂੰ ਵੈਲਿਊ ਪਤਾ l ਸਕੁਅਰ ਇਕੁਅਲ ਟੂ r ਸਕੁਅਰ ਪਲੱਸ h ਸਕੁਅਰ ਹੁੰਦਾ। ਤਾਂ l ਸਕੁਅਰ ਬਣਾਉਣ ਵਾਸਤੇ ਅਸੀਂ l ਸਾਰੇ ਦਾ ਸਕੁਅਰ ਕਰਤਾ। x ਸਕੁਅਰ ਇਕੁਅਲ ਟੂ ਪਾਈ ਸਕੁਅਰ r ਸਕੁਅਰ l ਸਕੁਅਰ, ਤੇ l ਸਕੁਅਰ ਦੀ ਥਾਂ ਤੇ ਆ ਗਿਆ h ਸਕੁਅਰ ਪਲੱਸ r ਸਕੁਅਰ। ਅਸੀਂ ਫਾਰਮੂਲਾ ਯੂਜ਼ ਕਰ, ਠੀਕ ਹੈ ਨਾ। ਇਹ ਅਸੀਂ ਕਿਉਂ ਯੂਜ਼ ਕੀਤਾ? ਹੁਣ ਸਾਡੇ ਕੋਲ ਇੱਥੇ 3 ਵੇਰੀਏਬਲ ਹੋ ਗਏ ਸੀ ਐਕਚੁਅਲੀ। ਇੱਕ ਤਾਂ r, ਇੱਕ l, ਇੱਕ h ਵੀ ਹੈ ਸਾਡੇ ਕੋਲ। ਤਾਂ ਤਿੰਨਾਂ ਚੋਂ ਇੱਕ ਚੀਜ਼ ਅਸੀਂ ਖਤਮ ਕਰਤੀ, l ਖਤਮ ਕਰਤਾ, h ਤੇ r ਰਹਿ ਗਏ ਸਾਡੇ ਕੋਲ, ਠੀਕ ਹੈ ਨਾ। h ਦੀ ਹੁਣ ਵੈਲਿਊ ਅਸੀਂ ਇੱਥੋਂ ਭਰ ਦਿਆਂਗੇ ਤਾਂ h ਵੀ ਖਤਮ ਹੋ ਜਾਏਗਾ, ਠੀਕ ਹੈ ਨਾ। ਤਾਂ s ਸਕੁਅਰ ਨੂੰ ਅਸੀਂ z ਲੈ ਲਿਆ ਜਿਵੇਂ ਅਸੀਂ ਪਹਿਲਾਂ ਲੈਂਦੇ ਆਏ ਹਾਂ। ਜਿੱਥੇ s ਸਕੁਅਰ ਮੈਕਸਿਮਮ ਹੋਏਗਾ ਉੱਥੇ z, ਜਿੱਥੇ ਮੈਕਸਿਮਮ ਹੋਏਗਾ ਉੱਥੇ ਹੀ s ਮੈਕਸਿਮਮ ਹੋਏਗਾ। ਅਸੀਂ ਕਰੀ ਸੀ ਗੱਲ ਪਹਿਲਾਂ। ਤਾਂ ਹੁਣ h ਦੀ ਥਾਂ ਤੇ ਵੈਲਿਊ ਪੁੱਟ ਕਰਤੀ 3v/r ਸਕੁਅਰ, ਸਕੁਆਇਰ ਕਰਤਾ, ਐਡ ਕਰਤਾ, ਆਹ ਸਾਡਾ ਆਨਸਰ ਆ ਗਿਆ। ਇਹ ਵੈਲਿਊ ਆ ਗਈ ਸਾਡੀ z ਦੀ। ਹੁਣ ਅਸੀਂ ਇਹਨੂੰ ਵਿਦ ਰਿਸਪੈਕਟ ਟੂ ਵੇਰੀਏਬਲ r ਡਿਫਰੈਂਸ਼ੀਏਟ ਕਰ ਦਿਆਂਗੇ। ਆਹ ਸਾਡੇ ਕੋਲ ਆਨਸਰ ਆ ਗਿਆ। ਇਕੁਅਲ ਟੂ 0 ਪੁੱਟ ਕਰਕੇ ਅਸੀਂ ਕ੍ਰਿਟੀਕਲ ਪੁਆਇੰਟ ਫਾਈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਤਾਂ ਇਕੁਅਲ ਟੂ 0 ਕਰਾਂਗੇ ਤਾਂ ਆਹ ਚੀਜ਼ ਹੁਣ ਉੱਧਰ ਲੈ ਜਾਵਾਂਗੇ, ਪੋਜ਼ਿਟਿਵ ਹੋ ਜਾਊਗੀ। ਇਹਦੇ 'ਚ ਹੁਣ ਤੁਸੀਂ ਜੇ ਚੈੱਕ ਕਰੋ ਸਿੱਧਾ, ਜੇ ਅਸੀਂ ਕਰੀਏ v ਦੀ ਵੈਲਿਊ ਨਾ ਪੁੱਟ ਕਰੀਏ ਤਾਂ r ਨੂੰ ਜੇ ਅਸੀਂ ਇੱਧਰ ਲੈ ਜਾਵਾਂਗੇ r ਦੀ ਪਾਵਰ 6 ਹੋ ਜਾਊਗੀ। ਉਹਦੇ ਫਿਰ ਸਾਨੂੰ ਫੈਕਟਰ ਪਾਏ ਜਿਹੜੇ ਫਾਈਂਡ ਕਰਨੇ ਆ, r ਦੀਆਂ ਜਿਹੜੀਆਂ ਵੈਲਿਊਜ਼ ਫਾਈਂਡ ਕਰਨੀਆਂ ਮੁਸ਼ਕਲ ਹੋ ਜਾਣਗੀਆਂ। ਅਸੀਂ ਕੀ ਕਰਦੇ ਹਾਂ, v ਦੀ ਵੈਲਿਊ ਪੁੱਟ ਕਰ ਲੈਂਦੇ ਹਾਂ। v ਦੀ ਵੈਲਿਊ ਸਾਡੇ ਕੋਲ ਹੈਗੀ ਆ ਆਹ ਵਾਲੀ, ਇਹ ਇੱਥੇ ਪੁੱਟ ਕਰੀਏ ਅਸੀਂ 1/3 ਪਾਈ r ਸਕੁਅਰ h, ਇਹਦਾ ਸਕੁਅਰ ਸੀ ਤਾਂ ਸਾਰੇ ਦਾ ਸਕੁਅਰ ਹੋ ਗਿਆ। ਸਕੁਅਰ ਕਰਾਂਗੇ ਤਾਂ ਸਾਰਿਆਂ ਦਾ ਸਕੁਅਰ ਹੋ ਜਾਊਗਾ, 1 ਦਾ 1 ਹੋ ਜਾਊਗਾ, 3 ਦਾ 9 ਹੋ ਜਾਊਗਾ, ਪਾਈ ਸਕੁਅਰ ਹੋ ਜਾਊਗਾ, r ਦੀ ਪਾਵਰ 4 ਹੋ ਜਾਊਗੀ, h ਦਾ ਸਕੁਅਰ ਹੋ ਜਾਊਗਾ। ਠੀਕ ਹੈ, ਇਹਦੇ ਚੋਂ r ਦੀ ਪਾਵਰ 3 r ਦੀ ਪਾਵਰ 4 ਨਾਲ ਕੈਂਸਲ ਹੋ ਕੇ ਇੱਕ r ਦੀ ਪਾਵਰ 1 ਬਚੂਗੀ। 9 ਤੇ ਇਹਦਾ कैंसलेशन होकर 2 हो जाएगा। ये आ गया 4 पाई r स्क्वायर इक्वल्स टू 2 पाई स्क्वायर r h स्क्वायर। ठीक है, ये चों आ 2 ते 4 कैंसिल हो गए, 2 पाई स्क्वायर ना पाई स्क्वायर कैंसिल हो जाऊगा, तो ये आ जाऊगा 2 r स्क्वायर इक्वल्स टू r h स्क्वायर। इत्थे ख्याल करना r नाल r कैंसिल नहीं करना, ठीक है ना, r की पावर इत्थे कैंसिल नहीं करनी क्योंकि r एक वेरीएबल है। वेरीएबल की वैल्यू 0 भी हो सकती है, तो 0 कदे कैंसल नहीं होंगे इस तरह। ठीक है ना, तो हुण इहनूं इधर लियावांगे, इधर लियावांगे तो आ वैल्यू आ गई इक्वल्स टू 0, इस r कॉमन आ गया, r इंटू 2r स्क्वायर माइनस h स्क्वायर इक्वल्स टू 0। तो यदा मतलब या तो r इक्वल्स टू 0 जां आ वाला ब्रैकेट इक्वल्स टू 0। वैन r इक्वल्स टू 0 तो ठीक है ना। ਇਹਨੂੰ ਜੇ ਅਸੀਂ ਸੋਲਵ ਕਰਾਂਗੇ ਤਾਂ ਇਹਨੂੰ ਉੱਧਰ ਲੈ ਜਾਈਏ, h ਸਕੁਅਰ ਹੋ ਜਾਏਗਾ, ਸਕੁਆਇਰ ਰੂਟ ਲੈ ਲਈਏ ਤਾਂ √2r ਇਕੁਅਲਸ ਟੂ ਹੋ ਜਾਏਗਾ ਪਲੱਸ ਮਾਈਨਸ h ਦੇ, ਇੱਥੋਂ h ਦੀ r ਦੀ ਵੈਲਿਊ ਕੱਢ ਲਈ, ਪਲੱਸ ਮਾਈਨਸ h ਅਪੋਨ √2। ਹੁਣ r ਕਿਉਂਕਿ ਡਿਸਟੈਂਸ ਹੈ, ਨਾ ਹੀ ਤਾਂ ਨੈਗੇਟਿਵ ਹੋ ਸਕਦਾ ਹੈ ਨਾ ਹੀ 0 ਹੋ ਸਕਦਾ, ਇਹਦਾ ਮਤਲਬ ਇਹਦੀ ਪੋਜ਼ਿਟਿਵ ਵੈਲਿਊ ਲੈ ਲਈ, r ਇਕੁਅਲਸ ਟੂ h ਅਪੋਨ √2। ਇਹ ਸਾਡਾ ਆ ਗਿਆ ਕ੍ਰਿਟੀਕਲ ਪੁਆਇੰਟ। ਹੁਣ ਕ੍ਰਿਟੀਕਲ ਪੁਆਇੰਟ ਆਉਣ ਤੋਂ ਬਾਅਦ ਅਸੀਂ ਇਹਦਾ ਡਬਲ ਡੈਰੀਵੇਟਿਵ ਫਾਈਂਡ ਕਰੀਏ, डी स्क्वायर z अपॉन dr स्क्वायर ਇਹਦੇ ਇਕੁਅਲ ਆ ਗਿਆ। ਠੀਕ ਹੈ ਨਾ, ਇਹਦੇ 'ਚ r ਦੀ ਆ ਵੈਲਿਊ ਪੁੱਟ ਕਰਤੀ। ਠੀਕ ਹੈ ਨਾ, ਵੈਲਿਊ ਪੁੱਟ ਕਰੀ ਤਾਂ ਆ ਕੁਛ ਆ ਗਿਆ। ਇਹਨੂੰ ਸਾਨੂੰ ਸੋਲਵ ਕਰਨ ਦੀ ਨਹੀਂ ਜ਼ਰੂਰਤ, ਤੁਸੀਂ ਦੇਖ ਰਹੇ ਹੋ ਸਭ ਕੁਝ ਪੋਜ਼ਿਟਿਵ ਹੈ, ਕਿਤੇ ਵੀ ਕੁਝ ਨੈਗੇਟਿਵ ਨਹੀਂ ਹੈਗਾ। ਇਹਦਾ ਮਤਲਬ ਇਹ ਗ੍ਰੇਟਰ ਦੈਨ 0 ਹੈ, ਪੋਜ਼ਿਟਿਵ ਹੈ। ਗ੍ਰੇਟਰ ਦੈਨ 0 ਹੈ ਤਾਂ ਇਹਦਾ ਮਤਲਬ ਹੋਇਆ z ਮਿਨੀਮਮ ਹੋਏਗਾ ਵੈਨ r ਇਕੁਅਲਸ ਟੂ h ਅਪੋਨ √2। तो जे z मिनिमम है तो एस भी मिनिमम होएगा वैन r इक्वल टू h अपॉन √2। तो ये √2 में जो इधर ले जाइए तो ये हो जाएगा h इक्वल टू √2 r, तो s इज मिनिमम वैन h इक्वल टू √2 r। यही असीं प्रूव करना सी। नैक्सट अपने को एग्जाम्पल 23, शो दैट द सैमी वर्टिकल एंगल ऑफ अ कोन ऑफ मैक्सिमम वॉल्यूम एंड गिवन slant height is tan inverse √2 or cos inverse 1/√3। ਇਸ ਇਹਦੇ ਵਿੱਚ ਸਾਨੂੰ ਕੀ ਹੈ, ਇੱਕ ਕੋਨ ਦਿੱਤਾ ਜਿਹਦਾ ਵੋਲਿਊਮ ਮੈਕਸਿਮਮ ਹੈ ਤੇ ਸਲਾਂਟ ਹਾਈਟ ਗਿਵਨ ਹੈ। ਵੋਲਿਊਮ ਮੈਕਸਿਮਮ ਦਾ ਮਤਲਬ ਇਹਦਾ ਵੋਲਿਊਮ ਫਾਈਂਡ ਕਰਕੇ ਉਹਨੂੰ ਅਸੀਂ ਮੈਕਸਿਮਾਈਜ਼ ਕਰਾਂਗੇ। ਸਲਾਂਟ ਹਾਈਟ ਗਿਵਨ ਦਾ ਮਤਲਬ ਸਲਾਂਟ ਹਾਈਟ ਹੈ ਜਿਹੜੀ ਇਹਦੀ ਉਹ ਕਨਸਟੈਂਟ ਹੈ, ਵੇਰੀਏਬਲ ਨਹੀਂ ਹੈਗੀ। ਤੇ ਇਹਦਾ ਸੈਮੀ ਵਰਟੀਕਲ ਐਂਗਲ ਅਸੀਂ ਫਾਈਂਡ ਕਰਨਾ ਹੈ। ਸੈਮੀ ਵਰਟੀਕਲ ਐਂਗਲ ਕੀ ਹੁੰਦਾ ਹੈ, देखो ध्यान नाल, आ कोन दे विच आ इहदी हाइट हुंदी है, आ इहदी रेडियस हुंदी है ते आ सलांट हाइट हुंदी है, ते आ वाला जिहड़ा एंगल इत्थे बनदा है सलांट हाइट ते हाइट दे विचाले, इहनूं असीं सैमी वर्टिकल एंगल कहने। इहनूं असीं लेट अल्फा बी द सैमी वर्टिकल एंगल एंड एच बी द हाइट एंड आर बी द रेडियस। आर ते एच क्यों लैणे पे सानूं, क्योंकि असीं वॉल्यूम फाइंड करना है, वॉल्यूम दे विच आर ते एच दोनों ही सानूं यूज़ करने पैणगे। तो आर ते एच की वैल्यू फाइंड करते असीं इस ट्राइंगल का यूज़ करके। इस ट्राइंगल दे विच अल्फा ते एल सानूं दो चीज़ों का पता है। तो जे असीं इहदा हाइट फाइंड करनी है, साडी एच है, तो एच अपॉन एल की हो जाएगा, बेस अपॉन हाइपोटेन्यूस। अल्फा जिथे बनता वो बेस हुंदा, तो बेस अपॉन हाइपोटेन्यूस काहदे बराबर हुंदा, कॉस अल्फा दे। तो एच अपॉन एल इक्वल्स टू कॉस अल्फा। इत्थों एच की वैल्यू कड्डांगे, एल इधर जाके मल्टीप्लाई, एच इक्वल्स टू एल कॉस अल्फा। इस तरह आर अपॉन एल परपेंडिकुलर ओवर हाइपोटेन्यूस, एक कॉस अल्फा होंगे, साइन अल्फा सॉरी, तो आर इक्वल्स टू हो जाएगा एल साइन अल्फा। ठीक है, हुण आर ते एच दोवां की वैल्यूज़ पता लग गई, असीं वी की वैल्यूज़ पुट कर देंगे। तो वॉल्यूम ऑफ द कोन वी इक्वल्स टू 1/3 पाई आर स्क्वायर एच आर की वैल्यू पुट कर दो, ਇਹਦਾ स्क्वायर कर देंगे, एल स्क्वायर साइन स्क्वायर अल्फा हो जाएगा। एच की वैल्यू एल कॉस अल्फा पुट करती असीं,
ਮਲਟੀਪਲਾਈ ਕਰਤਾ ਆ v ਦੀ ਵੈਲਿਊ ਆ ਗਈ। ਠੀਕ ਹੈ, v ਦੀ ਵੈਲਿਊ ਹੁਣ ਅਸੀਂ ਵਿਦ ਰਿਸਪੈਕਟ ਟੂ ਅਲਫਾ ਡਿਫਰੈਂਸ਼ੀਏਟ ਕਰ ਦਾਂਗੇ। ਇੱਥੇ ਖਿਆਲ ਰੱਖਣਾ l ਦੇ ਵਿਦ ਰਿਸਪੈਕਟ ਡਿਫਰੈਂਸ਼ੀਏਟ ਨਹੀਂ ਕਰਨਾ ਕਿਉਂਕਿ ਇਹ ਕੌਨਸਟੈਂਟ ਹੈ, ਗਿਵਨ ਹੈ ਸਾਨੂੰ। ਤਾਂ dv ਬਾਈ ਡੀ ਅਲਫਾ ਫਾਈਂਡ ਕਰਾਂਗੇ ਤਾਂ ਸਾਨੂੰ ਆਉਂਦਾ ਹੀ ਹੈ, ਇੱਥੇ u v ਫਾਰਮੂਲਾ ਲਾ ਕੇ ਇਹਨੂੰ ਡਿਫਰੈਂਸ਼ੀਏਟ ਕੀਤਾ, ਆਨਸਰ ਆ ਗਿਆ। ਹੁਣ ਕ੍ਰਿਟੀਕਲ ਪੁਆਇੰਟ ਫਾਈਂਡ ਕਰਨ ਵਾਸਤੇ ਇਕੁਅਲ ਟੂ 0 ਪੁੱਟ ਕਰਾਂਗੇ ਤਾਂ ਆ ਜਿਹੜਾ ਬਾਹਰ ਕੌਨਸਟੈਂਟ ਪਾਰਟ ਹੈ ਇਹ ਇੱਧਰ ਆ ਕੇ 0 ਨਾਲ ਹੋ ਕੇ 0 ਹੋ ਜਾਏਗਾ ਤੇ ਜਿਹੜਾ ਬਚਿਆ ਉਹਨੂੰ ਅਸੀਂ ਲਿਖ ਲਿਆ। ਹੁਣ ਇੱਥੇ ਦੋ ਬ੍ਰੈਕਟਸ ਨੇ, ਜਾਂ ਤਾਂ ਸਾਈਨ ਅਲਫਾ ਇਕੁਅਲ ਟੂ 0 ਹੋਏਗਾ ਜਾਂ ਆਹ ਵਾਲਾ ਬ੍ਰੈਕਟ ਇਕੁਅਲ ਟੂ 0 ਹੋਏਗਾ। ਤੇ ਇਹਦੇ ਵਿੱਚ ਕੀ ਹੋ ਜਾਏਗਾ, ਹੁਣ ਸਾਈਨ ਸਕੁਆਇਰ ਅਲਫਾ ਮਾਈਨਸ ਦਾ ਇੱਧਰ ਜਾ ਕੇ ਪੋਜ਼ੀਟਿਵ ਕਰ ਲਾਂਗੇ ਤਾਂ ਸਾਈਨ ਸਕੁਆਇਰ ਅਲਫਾ ਇਕੁਅਲ ਟੂ 2 ਕੋਸ ਸਕੁਆਇਰ ਅਲਫਾ ਹੋ ਜਾਊਗਾ ਤੇ ਆ ਕੋਸ ਸਕੁਆਇਰ ਅਲਫਾ ਇੱਧਰ ਆ ਕੇ ਡਿਵਾਈਡ ਹੋ ਜਾਊਗਾ ਸਾਈਨ ਸਕੁਆਇਰ ਅਲਫਾ ਅਪੋਨ ਕੋਸ ਸਕੁਆਇਰ ਅਲਫਾ ਟੈਨ ਸਕੁਆਇਰ ਅਲਫਾ ਹੋ ਜਾਊਗਾ ਇਕੁਅਲ ਟੂ 2। ਇੱਥੋਂ ਟੈਨ ਅਲਫਾ ਦੀ ਵੈਲਿਊ ਆ ਜਾਊਗੀ ਪਲੱਸ ਮਾਈਨਸ 2। ਹੁਣ ਜਿਹੜੇ ਟੈਨ ਅਲਫਾ ਇਕੁਅਲ ਟੂ ਮਾਈਨਸ ਰੂਟ 2 ਆ ਉਹ ਤਾਂ ਪੋਸੀਬਲ ਨਹੀਂ ਹੈਗੀ ਕਿਉਂਕਿ ਆ ਇੱਕ ਐਕਿਊਟ ਐਂਗਲ ਹੈ। ਐਕਿਊਟ ਐਂਗਲ ਮਤਲਬ 90 ਤੋਂ ਛੋਟਾ ਐਂਗਲ ਹੈ ਤੇ 90 ਤੋਂ ਛੋਟਾ ਐਂਗਲ ਹੈ ਤਾਂ ਇਹਦਾ ਮਤਲਬ ਇੱਥੇ ਜਿਹੜੀ ਟੈਨ ਦੀ ਵੈਲਿਊ ਪੋਜ਼ੀਟਿਵ ਹੋਏਗੀ, ਤਾਂ ਪੋਜ਼ੀਟਿਵ ਹੋਏਗੀ ਤੇ 0 ਵੀ ਨਹੀਂ ਹੋ ਸਕਦੀ। ਸਾਈਨ ਅਲਫਾ ਇਕੁਅਲ ਟੂ 0 ਦਾ ਮਤਲਬ ਅਲਫਾ ਇਕੁਅਲ ਟੂ 0, ਅਲਫਾ ਇਕੁਅਲ ਟੂ 0 ਵੀ ਪੋਸੀਬਲ ਨਹੀਂ ਹੈਗਾ ਕਿਉਂਕਿ ਜੇ ਐਂਗਲ ਹੀ 0 ਹੋਇਆ ਤਾਂ ਆਹ ਲਾਈਨ ਇਹਦੇ ਉੱਤੇ ਆ ਜਾਏਗੀ, ਫਿਰ ਸੈਮੀ ਵਰਟੀਕਲ ਐਂਗਲ ਕਿਵੇਂ ਬਣੇਗਾ, ਫਿਰ ਕੋਨ ਕਿਵੇਂ ਬਣੇਗਾ। ਠੀਕ ਹੈ ਨਾ, ਤਾਂ ਉਹ ਵੀ ਸਾਡੇ ਉਹ ਵੀ ਪੋਸੀਬਲ ਨਹੀਂ ਹੈਗੀ। ਇਹਦਾ ਮਤਲਬ ਅਸੀਂ ਟੈਨ ਅਲਫਾ ਇਕੁਅਲ ਟੂ ਰੂਟ 2 ਇਹ ਸਾਡਾ ਕ੍ਰਿਟੀਕਲ ਪੁਆਇੰਟ ਆ ਗਿਆ। ਹੁਣ ਇਹਨੂੰ ਦੁਬਾਰਾ ਡਿਫਰੈਂਸ਼ੀਏਟ ਕਰਦੇ ਹਾਂ ਵਿਦ ਰਿਸਪੈਕਟ ਟੂ ਅਲਫਾ ਤਾਂ ਡੀ ਸਕੁਆਇਰ ਵੀ ਅਪੋਨ ਡੀ ਅਲਫਾ ਸਕੁਆਇਰ ਕੱਢਾਂਗੇ। ਉਸੇ ਤਰੀਕੇ ਨਾਲ ਅਸੀਂ ਸਾਰੇ ਫਾਰਮੂਲੇ ਜਾਣਦੇ ਡਿਫਰੈਂਸ਼ੀਏਸ਼ਨ ਕਰ ਲਾਂਗੇ। ਠੀਕ ਹੈ ਨਾ, ਹੁਣ ਡੀ ਸਕੁਆਇਰ ਵੀ ਅਪੋਨ ਡੀ ਅਲਫਾ ਸਕੁਆਇਰ ਐਟ ਐਕਸ ਇਕੁਅਲ ਐਟ ਟੈਨ ਅਲਫਾ ਇਕੁਅਲ ਟੂ ਰੂਟ 2 ਇਹਦੇ 'ਤੇ ਫਾਈਂਡ ਕਰਨੀ ਹੈ ਵੈਲਿਊ ਕ੍ਰਿਟੀਕਲ ਪੁਆਇੰਟ 'ਤੇ। ਹੁਣ ਇੱਥੇ ਤਾਂ ਟੈਨ ਹੈ ਪਰ ਇਹਨਾਂ ਜਗ੍ਹਾ 'ਤੇ ਤਾਂ ਸਾਈਨ ਟੈਨ ਹੈ ਨਹੀਂ ਗਾ, ਕੌਸ ਅਤੇ ਸਾਈਨ ਹੈ। ਤਾਂ ਅਸੀਂ ਕੀ ਕਰਾਂਗੇ, ਟੈਨ ਅਲਫਾ ਦੀ ਵੈਲਿਊ ਦੇ ਨਾਲ ਅਸੀਂ ਸਾਈਨ ਅਤੇ ਕੌਸ ਦੀ ਵੈਲਿਊ ਫਾਈਂਡ ਕਰਨ ਜਾਣਦੇ ਹਾਂ। ਪਿਛਲੇ ਸਾਲ ਅਸੀਂ ਡਿਸਕਸ ਕੀਤਾ ਸੀਗਾ ਵੀ ਸਾਨੂੰ ਜੇ ਇੱਕ ਟ੍ਰਿਗਨੋਮੈਟ੍ਰਿਕ ਰੇਸ਼ੋ ਦੀ ਵੈਲਿਊ ਪਤਾ ਬਾਕੀ ਸਾਰੀਆਂ ਕੱਢ ਸਕਦੇ ਹਾਂ। ਉਸੇ ਤਰ੍ਹਾਂ ਅਸੀਂ ਟਰਾਇੰਗਲ ਬਣਾਵਾਂਗੇ। ਟੈਨ ਅਲਫਾ ਦਿੱਤਾ ਹੋਇਆ ਇਕੁਅਲ ਟੂ ਰੂਟ 2, ਇਹਦਾ ਮਤਲਬ ਇਹਦਾ ਪਰਪੈਂਡੀਕੂਲਰ ਰੂਟ 2 ਹੋਏਗਾ ਅਤੇ ਇਹਦਾ ਬੇਸ ਹੈ ਜਿਹੜਾ 1 ਹੋਏਗਾ। ਉਹਦੇ ਤੋਂ ਤੁਸੀਂ ਇਹਦਾ ਹਾਈਪੋਟੇਨਸ ਫਾਈਂਡ ਕਰ ਸਕਦੇ ਹੋ, ਰੂਟ 3 ਆ ਜਾਊ ਅਤੇ ਉਹਦੇ ਤੋਂ ਫਿਰ ਅਸੀਂ ਕੌਸ ਅਲਫਾ ਅਤੇ ਸਾਈਨ ਅਲਫਾ ਦੀ ਵੈਲਿਊ ਫਾਈਂਡ ਕਰ ਸਕਦੇ। ਠੀਕ ਹੈ ਨਾ, ਉਹ ਵੈਲਿਊਜ਼ ਅਸੀਂ ਇਹਦੇ 'ਚ ਪੁੱਟ ਕਰਤੀਆਂ ਅਤੇ ਆਹ ਸਾਰਾ ਮਲਟੀਪਲਾਈ ਕਰਕੇ ਆ ਆਨਸਰ ਆ ਗਿਆ। ਇਸ ਤੋਂ ਬਾਅਦ ਐਲਸੀਐਮ ਲੈ ਲਿਆ, ਆਹ ਚੀਜ਼ ਬਣ ਗਈ। ਇਹ ਲੈਸ ਦੈਨ 0 ਹੈ, ਇੱਥੇ ਖਿਆਲ ਕਰੋ ਲੈਸ ਦੈਨ 0 ਕਿਵੇਂ ਹੈ। ਆ -14 ਹੈ, ਆ ਹੈਗਾ 2 ਇੰਟੂ ਰੂਟ 3। ਰੂਟ 3 ਦੀ ਵੈਲਿਊ ਹੁੰਦੀ ਹੈ 1.73 1.73 ਤਾਂ ਯਾਨੀ ਕਹਿ ਲਓ ਪੌਣੇ 2 ਹੁੰਦੀ ਹੈ। ਪੌਣੇ 2 ਨੂੰ ਜਦੋਂ ਆਪਾਂ 2 ਨਾਲ ਮਲਟੀਪਲਾਈ ਕਰਾਂਗੇ ਅਤੇ ਆ ਜਾਊਗਾ 3.5 ਆਲਮੋਸਟ 3.5 ਜਦੋਂ 14 ਚੋਂ ਮਾਈਨਸ ਹੋਏਗਾ ਤਾਂ ਮਾਈਨਸ ਵੈਲਿਊ ਆਏਗੀ ਤਾਂ ਨੈਗੇਟਿਵ ਵੈਲਿਊ ਤਾਂ ਲੈਸ ਦੈਨ 0 ਹੋ ਗਿਆ। ਇਹਦਾ ਮਤਲਬ ਵੀ ਮੈਕਸਿਮਮ ਹੋਏਗਾ ਵੈਨ ਟੈਨ ਅਲਫਾ ਇਕੁਅਲ ਟੂ ਰੂਟ 2 ਅਤੇ ਟੈਨ ਅਲਫਾ ਇਕੁਅਲ ਟੂ ਰੂਟ 2 ਇਹਦਾ ਮਤਲਬ ਅਲਫਾ ਇਕੁਅਲ ਟੂ ਟੈਨ ਇਨਵਰਸ ਰੂਟ 2 ਅਤੇ ਜਦੋਂ ਟੈਨ ਅਲਫਾ ਰੂਟ 2 ਹੈ ਤਾਂ ਕੋਸ ਅਲਫਾ ਦੀ ਵੈਲਿਊ ਕਿੰਨੀ ਸੀਗੀ 1/√3। ਇਹਦਾ ਮਤਲਬ ਅਲਫਾ ਇਕੁਅਲ ਟੂ ਕੋਸ ਇਨਵਰਸ 1/3 ਵੀ ਹੋ ਸਕਦਾ ਹੈ। ਠੀਕ ਹੈ, ਇਹੀ ਅਸੀਂ ਪ੍ਰੂਵ ਕਰਨਾ। ਇਹਦੇ 'ਚੋਂ ਇੱਕ ਹੀ ਕੁਐਸਚਨ ਹੁੰਦਾ, ਜਾਂ ਤਾਂ ਟੈਨ ਆਹ ਚੀਜ਼ ਪੁੱਛ ਸਕਦੇ ਆ ਜਾਂ ਆਹ ਪੁੱਛ ਸਕਦੇ, ਜਾਂ ਤਾਂ ਅਲਫਾ ਇਕੁਅਲ ਟੂ ਆਹ ਪੁੱਛਦੇ ਆ ਜਾਂ ਆਹ ਪੁੱਛਦੇ ਆ। ਮੈਂ ਦੋਨੇ ਤੁਹਾਨੂੰ ਕਰਕੇ ਦਿਖਾਤੇ ਕਿ ਵੀ ਕੋਈ ਵੀ ਪੁੱਛੇ ਤੁਹਾਨੂੰ ਦੋਨੇ ਆਨਸਰ ਆਉਂਦੇ ਹੋਣੇ ਚਾਹੀਦੇ। ਸੋ ਇਹੀ ਸੀ ਸਾਡਾ ਸਵਾਲ। ਹੁਣ ਸਾਡੇ ਕੋਲ ਐਗਜ਼ਾਮਪਲ 24 show that the semi vertical angle of right circular cone of given surface area and maximum volume is sin inverse 1/3। ਤਾਂ ਸਾਨੂੰ ਕੋਨ ਦੇ ਵਿੱਚ ਸਰਫੇਸ ਏਰੀਆ ਗਿਵਨ ਸਰਫੇਸ ਏਰੀਆ ਐਂਡ ਮੈਕਸਿਮਮ ਵੋਲਿਊਮ ਯਾਨੀ ਵੋਲਿਊਮ ਅਸੀਂ ਫਾਈਂਡ ਕਰਕੇ ਉਹਨੂੰ ਮੈਕਸਿਮਾਈਜ਼ ਕਰਨਾ ਹੈ ਅਤੇ ਪ੍ਰੂਵ ਇਹ ਕਰਨਾ ਹੈ ਵੀ ਸੈਮੀ ਵਰਟੀਕਲ ਐਂਗਲ ਜਿਹਨੂੰ ਅਸੀਂ ਇੱਥੇ ਅਲਫਾ ਲਿਖਿਆ ਹੋਇਆ ਹੈ ਉਹਦੀ ਵੈਲਿਊ ਸਾਈਨ ਇਨਵਰਸ 1/3 ਹੈ। ਇਹ ਅਸੀਂ ਪ੍ਰੂਵ ਕਰਨਾ। ਤਾਂ ਆਪਾਂ ਸ਼ੁਰੂ ਕਰਦੇ ਹਾਂ। ਜੋ ਚੀਜ਼ ਸਾਨੂੰ ਗਿਵਨ ਹੈ, ਗਿਵਨ ਕੀ ਹੈ ਸਰਫੇਸ ਏਰੀਆ ਦਾ ਕੀ ਫਾਰਮੂਲਾ ਹੁੰਦਾ ਹੈ S = πRL + πR²। ਅਤੇ ਸਾਨੂੰ ਪਤਾ ਹੈ ਅਸੀਂ ਹਰ ਵਾਰੀ ਇਹਦੇ 'ਚੋਂ ਇੱਕ ਵੈਰੀਏਬਲ ਦੀ ਵੈਲਿਊ ਫਾਈਂਡ ਕਰਦੇ ਹੁੰਦੇ ਹਾਂ। L ਦੀ ਵੈਲਿਊ ਅਸੀਂ ਫਾਈਂਡ ਕਰ ਲਈ। ਠੀਕ ਹੈ,
ਹੁਣ ਅਸੀਂ v ਦੀ ਗੱਲ ਕਰਨੇ v = 1/3 ਪਾਈ r ਸਕੁਆਇਰ h। ਠੀਕ ਹੈ, ਇਹਦਾ ਸਕੁਆਇਰ ਕਰਤਾ ਕਿਉਂਕਿ ਅਸੀਂ h ਸਕੁਆਇਰ ਦੀ ਵੈਲਿਊ ਜਾਣਦੇ ਹਾਂ, ਉਹ ਅਸੀਂ ਪੁੱਟ ਕਰਾਂਗੇ ਤਾਂ ਇਹਦਾ ਸਕੁਆਇਰਿੰਗ ਕਰਤੀ। ਸਕੁਆਇਰਿੰਗ ਕਰਨ ਤੋਂ ਬਾਅਦ h ਸਕੁਆਇਰ ਦੀ ਵੈਲਿਊ ਅਸੀਂ ਪੁੱਟ ਕਰਤੀ l ਸਕੁਆਇਰ ਮਾਈਨਸ r ਸਕੁਆਇਰ। ਫਾਰਮੂਲਾ ਕੀ ਸੀਗਾ? l ਸਕੁਆਇਰ = h ਸਕੁਆਇਰ ਪਲੱਸ r ਸਕੁਆਇਰ। ਤਾਂ ਇੱਥੋਂ h ਸਕੁਆਇਰ ਦੀ ਵੈਲਿਊ ਫਾਈਂਡ ਕਰਾਂਗੇ ਤੇ r ਸਕੁਆਇਰ ਇੱਧਰ ਜਾ ਕੇ ਮਾਈਨਸ ਹੋ ਜਾਏਗਾ, l ਸਕੁਆਇਰ ਮਾਈਨਸ r ਸਕੁਆਇਰ ਹੋ ਜਾਏਗਾ। ਠੀਕ ਹੈ ਜੀ, ਇਹਨੂੰ ਅਸੀਂ z ਲੈ ਲਿਆ। ਹੁਣ v ਸਕੁਆਇਰ ਹੈ ਤਾਂ v ਸਕੁਆਇਰ ਨੂੰ ਜਿਵੇਂ ਅਸੀਂ ਪਹਿਲਾਂ ਲੈਂਦੇ ਹੁੰਦੇ ਹਾਂ, ਪਿਛਲੇ ਸਵਾਲਾਂ 'ਚ ਵੀ ਲਿਆ, ਅਸੀਂ z ਲੈ ਲਾਂਗੇ। ਹੁਣ ਜਿੱਥੇ ਜਿੱਥੇ z ਮੈਕਸਿਮਮ ਹੋਏਗਾ v ਵੀ ਉੱਥੇ ਮੈਕਸਿਮਮ ਹੋਏਗਾ, ਸਾਨੂੰ ਪਹਿਲਾਂ ਹੀ ਪਤਾ। ਤਾਂ z = 1/9 ਪਾਈ ਸਕੁਆਇਰ r ਟੂ ਦਾ ਪਾਵਰ 4। l ਦੀ ਫਿਰ ਵੈਲਿਊ ਪੁੱਟ ਕਰਤੀ ਆ ਵਾਲੀ, s ਮਾਈਨਸ ਪਾਈ r ਸਕੁਆਇਰ ਪੌਨ ਪਾਈ r, ਇਹਦਾ ਸਕੁਆਇਰ ਹੋ ਜਾਏਗਾ। ਹੁਣ ਆਹ ਸਕੁਆਇਰ ਖੋਲ ਦਿਓ, ਬ੍ਰੈਕਟ ਖੋਲ ਦਿਓ ਤਾਂ ਉੱਪਰ ਜਿਹੜਾ a - b ਹੋਲ ਸਕੁਆਇਰ ਵਾਲਾ ਫਾਰਮੂਲਾ ਲੱਗ ਜੂਗਾ, ਹੇਠਾਂ ਇਹਦਾ ਸਕੁਆਇਰ ਹੋ ਜਾਏਗਾ, r ਸਕੁਆਇਰ ਹੈ ਤੇ ਐਲਸੀਐਮ ਲਾਵਾਂਗੇ ਤਾਂ ਇੱਧਰ r ਸਕੁਆਇਰ ਨਾਲ ਮਲਟੀਪਲਾਈ ਹੋ ਜਾਏਗਾ। ਤਾਂ ਹੁਣ ਸਾਡੇ ਕੋਲ ਕੀ ਹੋਏਗਾ? ਆਹ ਚੀਜ਼ ਜਿਹੜੀ ਬਣੀ ਹੈ ਪਾਈ ਸਕੁਆਇਰ, ਇੱਥੇ ਪਾਈ ਸਕੁਆਇਰ ਨਾਲ ਕੱਟਿਆ ਜਾਏਗਾ। r ਦਾ ਸਕੁਆਇਰ ਹੈ ਜਿਹੜਾ, ਇੱਥੇ r ਦੀ ਪਾਵਰ ਕੱਟ ਹੈ ਕਿ 2 ਰਹਿ ਜੂਗੀ। ਠੀਕ ਹੈ ਨਾ, 2 ਤੇ ਇੱਥੇ ਆ ਦੋਨੇ ਵੀ ਆਪਸ 'ਚ ਖਤਮ ਹੋ ਜਾਣਗੇ, ਪੋਜ਼ੀਟਿਵ ਨੈਗੇਟਿਵ ਕੋਈ ਚੀਜ਼ ਹੈ। ਠੀਕ ਹੈ ਨਾ, ਤਾਂ r ਸਕੁਆਇਰ ਬਚ ਗਿਆ ਇੱਥੇ। ਤਾਂ 1/9 r ਸਕੁਆਇਰ, ਇੱਥੇ ਬਚਿਆ s ਸਕੁਆਇਰ ਮਾਈਨਸ 2s ਪਾਈ r ਸਕੁਆਇਰ। ਠੀਕ ਹੈ, ਇਹਦੇ ਚੋਂ s ਤਾਂ ਬਾਹਰ ਕਾਮਨ ਕਰ ਲਓ, ਕਨਸਟੈਂਟ ਹੈ ਜਿਹੜੀ ਚੀਜ਼ ਆ r ਸਕੁਆਇਰ ਨੂੰ ਅੰਦਰ ਮਲਟੀਪਲਾਈ ਕਰ ਦੇਂਗੇ ਡਿਫਰੈਂਸ਼ੀਏਸ਼ਨ ਕਰਨ ਵਾਸਤੇ। ਤਾਂ 1/9 s ਕਾਮਨ, s r ਸਕੁਆਇਰ ਮਾਈਨਸ 2 ਪਾਈ r ਟੂ ਦਾ ਪਾਵਰ 4। ਹੁਣ ਇਹ z ਦੀ ਵੈਲਿਊ ਆ ਗਈ ਸਾਡੇ ਕੋਲੇ। z ਦੀ ਵੈਲਿਊ ਨੂੰ ਅਸੀਂ ਡਿਫਰੈਂਸ਼ੀਏਟ ਕਰ ਦਾਂਗੇ ਵਿਦ ਰਿਸਪੈਕਟ ਟੂ ਵੇਰੀਏਬਲ r। ਤਾਂ dz/dr ਕਾਹਦੇ ਇਕੁਅਲ ਹੋ ਜਾਏਗਾ? ਇੱਥੇ r ਸਕੁਆਇਰ ਦਾ ਡਿਫਰੈਂਸ਼ੀਏਸ਼ਨ 2r ਹੋ ਜਾਏਗਾ, ਇੱਥੇ r ਟੂ ਦਾ ਪਾਵਰ 4 ਦਾ ਡਿਫਰੈਂਸ਼ੀਏਸ਼ਨ 4r ਕਿਊਬ ਹੋ ਜਾਏਗਾ ਤੇ ਆ ਆਨਸਰ ਆ ਜਾਏਗਾ। ਹੁਣ ਇਹਨੂੰ ਅਸੀਂ ਕ੍ਰਿਟੀਕਲ ਪੁਆਇੰਟ ਫਾਈਂਡ ਕਰਨ ਵਾਸਤੇ dz/dr = 0 ਪੁੱਟ ਕਰ ਦੇਂਗੇ। ਪੁੱਟ ਕਰਾਂਗੇ ਤਾਂ ਕੀ ਆਏਗਾ? ਆ ਚੀਜ਼ ਜਿਹੜੀ ਬਾਹਰ ਕਾਂਸਟੈਂਟ ਆਏ ਤਾਂ ਇੱਧਰ ਜਾ ਕੇ ਮਲਟੀਪਲਾਈ ਹੋ ਕੇ 0 ਹੋ ਜਾਏਗੀ ਤੇ ਜਿਹੜਾ ਬਚ ਗਿਆ ਉਹਨੂੰ ਅਸੀਂ ਲਿਖ ਲਿਆ। ਇਹਦੇ ਚੋਂ 2 ਤੇ r ਕਾਮਨ ਹੈ, 2r ਕਾਮਨ ਕੱਢ ਲਿਆ, ਪਿੱਛੇ ਕੀ ਬਚਿਆ? s ਮਾਈਨਸ 4 ਪਾਈ r ਸਕੁਆਇਰ = 0। ਤਾਂ ਇਹਦਾ ਹੁਣ ਕੀ ਮਤਲਬ ਹੋਇਆ? ਇਹਦਾ ਮਤਲਬ ਜਾਂ ਤਾਂ r = 0 ਹੈ ਜਾਂ s ਮਾਈਨਸ 4 ਪਾਈ r ਸਕੁਆਇਰ = 0 ਹੈ। ਤੇ ਇਹਦੀ ਵੈਲਿਊ ਫਿਰ ਇੱਥੋਂ ਜੇ ਆਪਾਂ r ਦੀ ਵੈਲਿਊ ਕੱਢਾਂਗੇ ਤਾਂ ਕੀ ਆਏਗੀ? ਪਹਿਲਾਂ r ਸਕੁਆਇਰ ਫਾਈਂਡ ਕਰ ਲਓ, ਇਹਨੂੰ ਉੱਧਰ ਲੈ ਜਾਵਾਂਗੇ ਨੈਗੇਟਿਵ ਵਾਲੇ ਨੂੰ, ਉੱਧਰ ਲੈ ਜਾਵਾਂਗੇ ਤਾਂ ਹੋ ਜਾਊਗਾ s = 4 ਪਾਈ r ਸਕੁਆਇਰ। ਉੱਥੋਂ r ਸਕੁਆਇਰ ਦੀ ਵੈਲਿਊ ਫਾਈਂਡ ਕਰਨੀ ਹੈ ਤਾਂ s/4 ਪਾਈ ਆ ਜਾਊਗਾ। ਠੀਕ ਹੈ ਨਾ, ਹੁਣ ਇਹਨੂੰ ਅਸੀਂ ਅੱਗੇ ਕਰਾਂਗੇ ਤਾਂ r ਦੀਆਂ ਦੋ ਵੈਲਿਊਜ਼ ਆਉਣਗੀਆਂ। ਕੀ ਆਉਣਗੀਆਂ? ਪਲੱਸ ਮਾਈਨਸ ਸਕੁਆਇਰ ਰੂਟ ਆਫ s ਮਾਈਨਸ 4 ਪਾਈ। ਠੀਕ ਹੈ, ਤੇ ਇਹਦੇ ਚੋਂ ਹੁਣ ਨਾ ਤਾਂ ਨੈਗੇਟਿਵ ਵੈਲਿਊ ਹੋ ਸਕਦੀ ਹੈ r ਦੀ, ਨਾ ਹੀ 0 ਹੋ ਸਕਦੇ ਹੈ ਕਿਉਂਕਿ r ਕੀ ਹੈ? ਡਿਸਟੈਂਸ ਹੈ। ਇਸ ਕਰਕੇ ਇਹਦੀ ਇੱਕ ਪੋਜ਼ੀਟਿਵ ਵੈਲਿਊ ਜਿਹੜੀ ਉਹ ਅਸੀਂ ਰੱਖ ਲਈ, ਇਹ ਸਾਡਾ ਕ੍ਰਿਟੀਕਲ ਪੁਆਇੰਟ ਹੈ। ਠੀਕ ਹੈ, ਹੁਣ ਅਸੀਂ ਇਹਦਾ ਡਬਲ ਡੈਰੀਵੇਟਿਵ ਫਾਈਂਡ ਕਰਦੇ ਹਾਂ, d²z/dr ਸਕੁਆਇਰ। ਤਾਂ ਇੱਥੇ r ਦੀ ਥਾਂ ਤੇ 1 ਹੋ ਜਾਏਗਾ, ਇੱਥੇ r ਕਿਊਬ ਦੀ ਥਾਂ ਤੇ 3r ਸਕੁਆਇਰ ਹੋ ਜਾਏਗਾ, ਮਲਟੀਪਲਾਈ ਕਰਕੇ ਆ ਸਾਡਾ ਆਨਸਰ ਆ ਜਾਏਗਾ। ਹੁਣ d²z/dr ਸਕੁਆਇਰ ਐਟ r = ਦਿਸ ਫਾਈਂਡ ਕਰਾਂਗੇ। ਤਾਂ ਇਹਦੇ 'ਚ r ਇੱਕ ਜਗ੍ਹਾ ਹੀ ਹੈ, ਇਹਦੀ ਥਾਂ ਤੇ r ਸਕੁਆਇਰ ਦੀ ਥਾਂ ਤੇ ਵੈਲਿਊ ਪੁੱਟ ਕਰ ਦਿਓ, ਇਹਦਾ ਸਕੁਆਇਰ ਕਰ ਦੇਂਗੇ ਤਾਂ ਸਕੁਆਇਰ ਰੂਟ ਹਟ ਜਾਏਗਾ, ਜਾਂ ਕਹਿ ਲਓ ਵੀ r ਸਿੱਧੀ ਹੋਈ ਇੱਥੋਂ ਹੀ ਵੈਲਿਊ ਪੁੱਟ ਕਰ ਸਕਦੇ ਹਾਂ, r ਸਕੁਆਇਰ ਦੀ ਸਾਨੂੰ ਸਿੱਧੀ ਵੈਲਿਊ ਵੀ ਪਤਾ। ਤਾਂ ਹੁਣ ਇਹ ਕਟਿੰਗ ਹੋ ਜਾਏਗੀ, ਆਹ ਕਟਿੰਗ ਹੋ ਕੇ ਇੱਥੇ ਆ ਜਾਊਗਾ 6 ਤੇ ਪਾਈ ਨਾਲ ਪਾਈ ਕੱਟ ਹੋ ਜਾਊਗਾ, ਇਹ ਹੋ ਜਾਊਗਾ 2s ਮਾਈਨਸ 6s। ਠੀਕ ਹੈ, ਤੇ ਇਹ ਬਚ ਗਏ 4s ਮਾਈਨਸ ਦੇ 4s ਬਾਹਰ ਮਲਟੀਪਲਾਈ ਹੋ ਕੇ ਮਾਈਨਸ 4s ਸਕੁਆਇਰ ਪੌਨ 9 ਹੋ ਜਾਏਗਾ। ਨੈਗੇਟਿਵ ਵੈਲਿਊ ਆ ਵੀ, ਇਟ ਮੀਨਸ ਇਹ ਜਿਹੜੀ ਹੈਗੀ ਲੈਸ ਦੈਨ 0 ਹੈ। ਤੇ ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ z ਆ ਜਿਹੜਾ ਉਹ ਮੈਕਸਿਮਮ ਹੋਏਗਾ ਐਟ r = ਦਿਸ ਵੈਲਿਊ। ਠੀਕ ਹੈ ਨਾ, ਤੇ ਜੇ z ਮੈਕਸਿਮਮ ਹੈ ਤਾਂ ਇਹਦਾ ਮਤਲਬ v ਵੀ ਮੈਕਸਿਮਮ ਹੋਏਗਾ, r = s/4 ਠੀਕ ਹੈ, ਤਾਂ ਹੁਣ ਸਾਨੂੰ ਇਹ ਤਾਂ ਪਤਾ ਚੱਲ ਗਿਆ ਵੀ r ਦੀ ਇਸ ਵੈਲਿਊ ਲਈ v ਮੈਕਸਿਮਮ ਹੈ। ਮੈਕਸਿਮਮ ਵੋਲਿਊਮ ਸਾਨੂੰ ਫਾਈਂਡ ਕਰਨ ਨੂੰ ਕਹਿ ਰਹੇ ਸੀ ਤੇ ਪਰ ਸਾਨੂੰ ਹੁਣ ਜੋ ਅੱਗੇ ਫਾਈਂਡ ਕਰਨਾ ਉਹ ਕਿੱਦਾਂ ਫਾਈਂਡ ਹੋਏਗਾ? ਸਾਨੂੰ ਪੁੱਛ ਰਹੇ ਆ ਸੈਮੀ ਵਰਟੀਕਲ ਐਂਗਲ ਅਲਫਾ ਦੀ ਵੈਲਿਊ, ਉਹ ਵੀ ਸਾਈਨ ਦੀ ਫਾਰਮ 'ਚ। ਤਾਂ ਇਸ ਟਰਾਇੰਗਲ 'ਚੋਂ ਅਸੀਂ ਇਹਦੀ ਵੈਲਿਊ ਫਾਈਂਡ ਕਰ ਸਕਦੇ ਹਾਂ। ਸਾਈਨ ਅਲਫਾ ਕਾਹਦੇ ਇਕੁਅਲ ਹੁੰਦਾ ਹੈ? ਪਰਪੈਂਡੀਕੂਲਰ ਓਵਰ
ਹਾਈਪੋਟੇਨਸ। ਹੁਣ ਆਰ ਦੀ ਤਾਂ ਸਾਨੂੰ ਵੈਲਿਊ ਪਤਾ ਹੈ, ਜੇ ਐਲ ਦੀ ਵੈਲਿਊ ਵੀ ਸਾਨੂੰ ਪਤਾ ਚੱਲ ਜੇ ਤਾਂ ਆਰ ਅਪੋਨ ਐਲ ਆਪਾਂ ਕਰਕੇ ਸਾਈਨ ਅਲਫਾ ਦੀ ਵੈਲਿਊ ਫਾਈਂਡ ਕਰ ਸਕਦੇ ਤਾਂ ਐਲ ਦੀ ਵੈਲਿਊ ਵਾਸਤੇ ਸਾਡੇ ਕੋਲ ਆ ਰਿਲੇਸ਼ਨ ਸੀਗਾ, ਸ਼ੁਰੂ 'ਚ ਅਸੀਂ ਫਾਈਂਡ ਕੀਤਾ ਸੀਗਾ। ਇਹਦੇ 'ਚ ਆਰ ਦੀ ਵੈਲਿਊ ਪੁੱਟ ਕਰ ਦੇਂਗੇ ਤੇ ਐਲ ਦੀ ਵੈਲਿਊ ਆ ਜਾਏਗੀ। ਇਹੀ ਕੰਮ ਅਸੀਂ ਇੱਥੇ ਕੀਤਾ। L ਇਕੁਅਲਸ ਟੂ S ਮਾਈਨਸ ਪਾਈ, ਇੱਥੇ ਆਰ ਸਕੁਅਰ ਦੀ ਥਾਂ ਤੇ ਪੁੱਟ ਕਰਤਾ S ਅਪੋਨ 4 ਪਾਈ, ਇੱਥੇ ਹੇਠਾਂ ਆਰ ਦੀ ਥਾਂ ਤੇ ਸਕੁਆਇਰ ਰੂਟ ਆਫ S ਅਪੋਨ 4 ਪਾਈ। ਇੱਥੇ ਕਟਿੰਗ ਹੋ ਗਈ, ਪਾਈ ਨਾ ਪਾਈ ਕੱਟਿਆ ਗਿਆ, S/4 ਆ ਗਿਆ। ਇਹਨੂੰ ਜਦੋਂ ਅਸੀਂ ਐਲਸੀਐਮ ਲਾਵਾਂਗੇ ਤਾਂ 3S/4 ਆ ਜਾਊਗਾ। ਆ ਹੇਠਾਂ ਜਿਹੜਾ ਉਲਟ ਕੇ ਮਲਟੀਪਲਾਈ ਹੋ ਜਾਊਗਾ ਤੇ ਆ ਜਿਹੜਾ ਬਾਹਰ ਹੈ ਇਹਨੂੰ ਅੰਦਰ ਲਿਜਾਵਾਂਗੇ ਤਾਂ ਸਕੁਆਇਰ ਹੋ ਜਾਏਗਾ। ਇਹ ਸਭ ਕਰਿਆ ਹੋਇਆ, ਠੀਕ ਹੈ ਨਾ। ਇੱਥੇ ਫੇਰ ਕਟਿੰਗ ਹੋ ਜਾਏਗੀ, ਇੱਥੇ ਆ ਜਾਏਗਾ 4, ਠੀਕ ਹੈ। ਤੇ ਤਾਂ 9S ਵੀ ਇੱਕ ਕੱਟ ਹੋ ਜਾਊਗਾ, ਠੀਕ ਹੈ ਨਾ। ਤਾਂ 9S ਅਪੋਨ 4 ਪਾਈ ਆ ਗਿਆ, ਠੀਕ ਹੈ। ਇਹਦੇ ਚੋਂ S ਅਪੋਨ 4 ਪਾਈ ਦਾ ਸਾਨੂੰ ਪਤਾ ਇਹਦੀ ਵੈਲਿਊ ਹੁੰਦੀ ਹੈ R, ਠੀਕ ਹੈ ਕਿ। ਤਾਂ ਇਹਨੂੰ ਤਾਂ ਅਸੀਂ ਇਸ ਤਰ੍ਹਾਂ ਹੀ ਰੱਖ ਲਿਆ। 3 ਆ ਜਿਹੜਾ 9 ਇਹਨੂੰ ਬਾਹਰ ਕੱਢ ਲਿਆ, 9 ਬਾਹਰ ਆ ਕੇ 3 ਹੋ ਜਾਏਗਾ। ਤਾਂ 3 ਇੰਟੂ R ਬਣ ਗਿਆ 3R, ਠੀਕ ਹੈ। ਹੁਣ ਸਾਈਨ ਅਲਫਾ ਕਾਹਦੇ ਬਰਾਬਰ ਹੁੰਦਾ? ਪਰਪੈਂਡੀਕੂਲਰ ਓਵਰ ਹਾਈਪੋਟੇਨਸ, ਯਾਨੀ R ਅਪੋਨ L। R ਦੀ ਵੈਲਿਊ R ਹੀ ਹੈ, L ਦੀ ਵੈਲਿਊ 3R ਹੈ। ਤਾਂ R ਨਾਲ R ਕੱਟ ਕੇ ਕੀ ਆ ਗਿਆ 1/3। ਅਲਫਾ ਇਕੁਅਲ ਟੂ ਕੀ ਹੋ ਜਾਏਗਾ? ਸਾਈਨ ਇਨਵਰਸ ਆਫ 1/3। ਇਹੀ ਅਸੀਂ ਫਾਈਂਡ ਕਰਨਾ।